सत श्री अकाल दोस्तों, मैं हाँ स्वर्ण सिंह टहना। बहुत सारिया खबरां ने ਜਿਹੜੀਆਂ ਪੰਜਾਬ ਦੇ ਨਾਲ ਸੰਬੰਧਿਤ ਨੇ, ਦੇਸ਼ ਦੇ ਨਾਲ ਸੰਬੰਧਿਤ ਨੇ, ਉਹਨਾਂ ਦੇ ਵਿੱਚੋਂ ਕੁਝ ਇੱਕ ਦੇ ਉੱਤੇ ਆਪਾਂ ਅੱਜ ਪੰਛੀ ਝਾਤ ਫੇਰ ਪਾਉਂਦੇ ਆ। ਇਸ ਵੇਲੇ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ, ਜਦੋਂ ਅਸੀਂ ਇਹਨਾਂ ਖਬਰਾਂ ਦੀ ਸਾਂਝ ਪਾ ਰਹੇ ਆ, ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਬੈਰੀਅਰ ਦੇ ਵੱਲ ਗਏ ਹੋਏ ਆ। ਤੇ ਦੁੱਖ ਇਸ ਗੱਲ ਦਾ ਕਿ ਉਹੀ ਕੁਝ ਫੇਰ ਹੋ ਰਿਹਾ ਜਿਹੜਾ ਕੁਝ ਪਹਿਲਾਂ ਕਿਸਾਨ ਅੰਦੋਲਨ ਦੇ ਮੌਕੇ ਹੋਇਆ। ਦੁੱਖ ਇਸ ਗੱਲ ਦਾ ਵੀ ਉਵੇਂ ਹੀ ਅਥਰੂ ਗੈਸ ਦੇ ਗੋਲੇ ਚੱਲਣੇ ਸ਼ੁਰੂ ਹੋ ਗਏ ਜਿਵੇਂ ਕਿ ਪਹਿਲਾਂ ਹੋਏ ਸੀ, ਉਵੇਂ ਹੀ ਲਾਠੀ ਚਾਰਜ ਹੋ ਰਿਹਾ ਜਿਵੇਂ ਕਿ ਪਹਿਲਾਂ ਹੋਇਆ ਸੀ, ਉਵੇਂ ਹੀ ਐਤਕੀ ਫਿਰ ਕਿਸਾਨ ਹਿਰਾਸਤ ਦੇ ਵਿੱਚ ਲਏ ਜਾ ਰਹੇ ਜਿਵੇਂ ਕਿ ਪਹਿਲਾਂ ਲਏ ਗਏ ਸੀ, ਉਵੇਂ ਹੀ ਕਿਸਾਨਾਂ ਦੇ ਵੱਲੋਂ ਬੈਰੀਕੇਡ ਤੋੜੇ ਜਾ ਰਹੇ ਆ ਜਿਸ ਤਰੀਕੇ ਨਾਲ ਪਹਿਲਾਂ ਤੋੜਨੇ ਪਏ ਸੀ, ਉਵੇਂ ਹੀ ਕਿਸਾਨ ਇਸ ਵੇਲੇ ਪਾਣੀ ਦੇ ਦਰਿਆ ਦੇ ਵਿੱਚੋਂ, ਟੋਭੇ ਦੇ ਵਿੱਚੋਂ ਜਾਂ ਕਹਿ ਲਈਏ ਨਦੀ ਦੇ ਵਿੱਚੋਂ ਲੰਘਣ ਦੇ ਲਈ ਮਜਬੂਰ ਆ ਜਿਵੇਂ ਕਿ ਪਹਿਲਾਂ ਲੰਘੇ ਸੀ, ਉਵੇਂ ਹੀ ਕੰਡਿਆਲੀਆਂ ਤਾਰੀਆਂ ਵਿਛੀਆਂ ਹੋਈਆਂ ਜਿਵੇਂ ਕਿ ਪਹਿਲਾਂ ਵਿਛੀਆਂ ਸੀ, ਉਵੇਂ ਹੀ ਬੈਰੀਕੇਡ ਲੱਗੇ ਹੋਏ ਆ ਜਿਵੇਂ ਕਿ ਪਹਿਲਾਂ ਲੱਗੇ ਸੀ, ਉਵੇਂ ਹੀ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਉਹ ਕਿੱਲਾਂ ਲਾਈਆਂ ਗਈਆਂ ਸੀ ਸੜਕ ਦੇ ਵਿਚਾਲੇ, ਉਹ ਲੱਗੀਆਂ। ਫਿਰ ਮਤਲਬ ਇਹ ਆ ਕਿ ਸਮਾਂ ਬੀਤਣ ਦੇ ਬਾਵਜੂਦ ਪ੍ਰਸਥਿਤੀਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ। ਦੁੱਖ ਵੀ ਇਸ ਗੱਲ ਦੇ ਉੱਤੇ ਤੇ ਹੈਰਾਨੀ ਵੀ ਹੈ ਇਸ ਗੱਲ ਦੇ ਉੱਤੇ ਕਿ ਸਾਡੀਆਂ ਸਰਕਾਰਾਂ ਦੇ ਵੱਲੋਂ ਕੀਤਾ ਕੀ ਜਾ ਰਿਹਾ। ਮੈਂ ਹੈਰਾਨ ਹੋ ਗਿਆ ਇਸ ਗੱਲ ਦੇ ਉੱਤੇ ਕਿ ਭਾਈ ਕੀਤਾ ਕਿਵੇਂ ਜਾ ਰਿਹਾ ਤੇ ਹੋਣਾ ਕੀ ਚਾਹੀਦਾ। ਇਸ ਵੇਲੇ ਦੀ ਸਭ ਤੋਂ ਵੱਡੀ ਜਾਣਕਾਰੀ ਇਹੀ ਆ ਕਿ ਕਿਸਾਨਾਂ ਦੇ ਉੱਤੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਸੁੱਟੇ ਗਏ ਆ ਤੇ ਉਹਦੇ ਵਿੱਚ ਕਈ ਕਿਸਾਨ ਜ਼ਖਮੀ ਹੋਣ ਦੀ ਖਬਰ ਵੀ ਪ੍ਰਾਪਤ ਹੋਈ ਆ। ਇਹ ਵੀ ਪਤਾ ਲੱਗਾ ਵੀ ਕਿਸਾਨ ਆ ਜਿਹੜੇ, ਉਹਨਾਂ ਨੇ ਕਿਹਾ ਜੀ ਕਿ ਅਸੀਂ ਕੋਈ ਨੁਕਸਾਨ ਕਰਨ ਨਹੀਂ ਆਏ, ਅਸੀਂ ਆਪਣੀਆਂ ਮੰਗਾਂ ਮਨਵਾਉਣ ਦੀ ਖਾਤਰ ਆਏ ਆ। ਸਰਕਾਰਾਂ ਦੇ ਵੱਲੋਂ ਕਮੇਟੀਆਂ ਬਣਾਉਣ ਦੀ ਗੱਲ ਕਰ ਦਿੱਤੀ ਜਾਂਦੀ ਆ, ਪਰ ਇਹ ਕਮੇਟੀਆਂ ਕਬ ਮਿੱਟੀ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਇਸ ਕਰਕੇ ਭਾਈ ਅਸੀਂ ਤਾਂ ਆਪਣੀਆਂ ਮੰਗਾਂ ਮਨਵਾ ਕੇ MSP ਦੀ ਗਰੰਟੀ ਲੈ ਕੇ ਤੇ ਫੇਰ ਹੀ ਜਾਣਾ, ਅਦਰਵਾਈਜ਼ ਅਸੀਂ ਇੱਥੋਂ ਨਹੀਂ ਜਾਵਾਂਗੇ। ਸੋ ਦੇਖਦੇ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੋਰ ਕਿਹੜੇ ਮੋੜ ਆਉਂਦੇ ਆ, ਪਰ ਕਿਸਾਨਾਂ ਦੀਆਂ ਮੰਗਾਂ ਕਿਹੜੀਆਂ ਨੇ, ਐਤਕੀ ਉਹ ਕਿਹੜੀਆਂ ਮੰਗਾਂ ਜਿਹਦੇ ਕਰਕੇ ਕਿਸਾਨ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਦਿੱਲੀ ਦੇ ਵੱਲ ਕੂਚ ਕੀਤੇ ਆ। ਪਹਿਲੀ ਮੰਗ ਹੈ ਜੀ ਕਿ ਸਾਰੀਆਂ ਫਸਲਾਂ ਦੀ MSP ਦੇ ਉੱਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ। ਦੂਜੀ ਮੰਗ ਹੈਗੀ ਜੀ ਮਨਰੇਗਾ ਦੇ ਵਿੱਚ ਹਰ ਸਾਲ 200 ਦਿਨ ਦਾ ਕੰਮ ਹੋਵੇ ਤੇ 700 ਰੁਪਏ ਦਿਹਾੜੀ ਦਿੱਤੀ ਜਾਵੇ। ਤੀਜੀ ਮੰਗ ਹੈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਕੀਮਤ ਤੈਅ ਹੋਵੇ। ਤੇ ਚੌਥੀ ਮੰਗ ਹੈ ਜੀ ਕਿਸਾਨ ਅੰਦੋਲਨ ਦੇ ਵਿੱਚ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲੇ, ਸਰਕਾਰੀ ਨੌਕਰੀਆਂ ਮਿਲਣ। ਪੰਜਵੀਂ ਮੰਗ ਆ ਕਿਸਾਨ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਤੇ ਪੈਨਸ਼ਨ ਦਿੱਤੀ ਜਾਵੇ। ਫਿਰ ਛੇਵੀਂ ਮੰਗ ਹੈ ਜੀ ਕਿ ਨਕਲੀ ਬੀਜ, ਕੀਟਨਾਸ਼ਕ ਦਵਾਈਆਂ ਤੇ ਖਾਦ ਵਾਲੀ ਜਿਹੜੀਆਂ ਕੰਪਨੀਆਂ ਉਹਨਾਂ ਵਾਸਤੇ ਸਖਤ ਕਾਨੂੰਨ ਬਣਾਇਆ ਜਾਵੇ। ਫਿਰ ਜ਼ਮੀਨ ਅਕਵਾਇਰ ਕਾਨੂੰਨ 2013 ਦੁਬਾਰਾ ਲਾਗੂ ਕੀਤਾ ਜਾਵੇ। ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਮਿਰਚ, ਹਲਦੀ ਤੇ ਹੋਰ ਮਸਾਲਿਆਂ ਦੇ ਰਾਸ਼ਟਰੀ ਕਮਿਸ਼ਨ ਦਾ ਗਠਨ ਕੀਤਾ ਜਾਵੇ। ਸੰਵਿਧਾਨ ਦੀ 5ਵੀਂ ਸੂਚੀ ਨੂੰ ਲਾਗੂ ਕਰਕੇ ਆਦਿਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ ਕੀਤੀ ਜਾਵੇ। ਇਹ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਜਿਹਦੇ ਕਰਕੇ ਕਿਸਾਨ ਇਸ ਵੇਲੇ ਸੜਕਾਂ ਦੇ ਉੱਤੇ ਫਿਰ ਆਏ ਨੇ। ਮੈਂ ਹੈਰਾਨ ਇਸ ਗੱਲੋਂ ਵੀ ਹੋਇਆ ਕਿ ਭਾਰਤ ਦੇ ਖੇਤੀਬਾੜੀ ਮੰਤਰੀ ਸਾਹਿਬ ਪਹਿਲਾਂ ਸੀਗੇ ਨਰਿੰਦਰ ਤੋਮਰ ਤੇ ਹੁਣ ਅਰਜਨ ਮੁੰਡਾ ਸਾਹਿਬ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮਿਲ ਬੈਠ ਕੇ ਮਸਲੇ ਦਾ ਹੱਲ ਹੁੰਦਾ। ਅਸੀਂ MSP ਦੇ ਉੱਤੇ ਕਮੇਟੀ ਬਣਾਉਣ ਨੂੰ ਇੱਕ ਹੋਰ ਤਿਆਰ ਆ, ਇਹਨਾਂ ਮੰਗਾਂ ਦੇ ਉੱਤੇ ਕਮੇਟੀ ਬਣਾਉਣ ਨੂੰ ਤਿਆਰ ਆ। ਪਰ ਕਿਸਾਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀ ਪਹਿਲਾਂ ਕਮੇਟੀ ਬਣਾਈ ਗਈ ਸੀ ਉਹਦਾ ਨਤੀਜਾ ਕੀ ਨਿਕਲਿਆ। ਉਲਟਾ ਸਰਕਾਰ ਦੇ ਕੁਝ ਅਧਿਕਾਰੀ ਇਹ ਗੱਲ ਕਹਿ ਰਹੇ ਆ ਕਿ ਉਸ ਕਮੇਟੀ ਦੇ ਵਿੱਚ ਕੁਝ ਕਿਸਾਨਾਂ ਨੂੰ ਵੀ ਪਾਉਣਾ ਸੀ। ਕਿਸਾਨਾਂ ਨੇ ਆਪਣੇ ਨਾਂ ਰਿਕਮੈਂਡ ਕਰਕੇ ਹੀ ਨਹੀਂ ਭੇਜੇ ਕਿ ਸਾਡੇ ਵੱਲੋਂ 2-3 ਕਿਸਾਨ ਕਿਹੜੇ ਹੋ ਸਕਦੇ ਆ, ਇਹਨਾਂ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ। ਸੋ ਇਸ ਕਰਕੇ ਸਾਰਾ ਮਸਲਾ ਉਵੇਂ ਦਾ ਉਵੇਂ ਰਹਿ ਗਿਆ। ਸੋ ਕਹਿਣ ਦਾ ਭਾਵ ਹੈ ਜੀ ਕਿ ਇੱਕ ਦੂਜੇ ਦੇ ਉੱਤੇ ਦੋਸ਼ ਸੁੱਟੇ ਜਾ ਰਹੇ ਆ, ਇੱਕ ਦੂਜੇ ਦੇ ਉੱਤੇ ਦੋਸ਼ ਮੜੇ ਜਾ ਰਹੇ ਆ ਤੇ ਮਸਲਾ ਉੱਡੇ ਦਾ ਉੱਡਾ ਹੀ ਹੈਗਾ। ਹੁਣ ਅਗਲੀ ਗੱਲ ਹੈ ਜਿਹੜੀ ਬੜੀ ਮਹੱਤਵਪੂਰਨ, ਕਿਸੇ ਦੇ ਲਈ ਕੋਈ ਚੀਜ਼ ਮਹੱਤਵਪੂਰਨ ਹੈ, ਕਿਸੇ ਦੇ ਲਈ ਕੋਈ ਚੀਜ਼ ਮਹੱਤਵਪੂਰਨ ਹੈ, ਪਰ ਦੁੱਖ ਇਸ ਗੱਲ ਦਾ ਹੋਇਆ ਕਿ ਇਸ ਵੇਲੇ ਕੁਝ ਜਿਹੜੀਆਂ ਕੰਪਨੀਆਂ ਨੇ ਉਹ ਕਿਵੇਂ ਲੋਕਾਂ ਦੀ ਲੁੱਟ ਖਸੁੱਟ ਕਰਨ ਲੱਗ ਪਈਆਂ। ਉਹਨਾਂ ਦੇ ਵੱਲੋਂ ਕਿਸ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ ਜਾ ਰਿਹਾ, ਕਿਉਂਕਿ ਇੱਕ ਪਾਸੇ ਜਿੱਥੇ ਲੰਗਰ ਸ਼ੁਰੂ ਹੋ ਗਏ ਆ ਤੇ ਦੂਜੇ ਪਾਸੇ ਉੱਥੇ 에ਅਰਲਾਈਨ ਕੰਪਨੀਆਂ ਦੇ ਵੱਲੋਂ ਚਮਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਕਿਸਾਨ ਸੰਘਰਸ਼ ਦਾ ਫਾਇਦਾ ਉਠਾ ਕੇ ਤੇ 에ਅਰਲਾਈਨ ਕੰਪਨੀਆਂ ਨੇ ਜਿਹੜੀ ਚੰਡੀਗੜ੍ਹ ਤੋਂ ਦਿੱਲੀ ਦੀ ਟਿਕਟ 4000 ਰੁਪਏ ਤੋਂ ਲੈ ਕੇ ਤੇ 6000 ਰੁਪਏ ਦੇ ਵਿੱਚ ਵਿਕਦੀ ਸੀ, ਇਹ ਇਸ ਵੇਲੇ 10000 ਰੁਪਏ ਤੋਂ ਲੈ ਕੇ 18000 ਰੁਪਏ ਦੇ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ ਹੈ। ਸਾਰੀਆਂ 에ਅਰਲਾਈਨ ਕੰਪਨੀਆਂ ਨੇ, ਭਾਵੇਂ ਤੁਸੀਂ ਅੱਜ ਅੰਮ੍ਰਿਤਸਰ ਤੋਂ ਦਿੱਲੀ ਜਾਣਾ ਹੋਵੇ, ਦਿੱਲੀੋਂ ਚੰਡੀਗੜ੍ਹ ਆਉਣਾ ਹੋਵੇ ਬਾਈ ਏਅਰ, ਤਾਂ ਉਹਦੇ ਰੇਟ ਦੇ ਵਿੱਚ 3 ਗੁਣਾ ਵਾਧਾ ਕਰ ਦਿੱਤਾ। ਤੇ ਦਿੱਲੀ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਜਾਂ ਹੋਰ ਕਿਤੇ ਜਾਣਾ ਤੇ ਇਹ ਇੰਟਰਨੈਟ ਦੇ ਉੱਤੇ ਟਿਕਟ ਦੀ ਬੋਲੀ ਲੱਗ ਰਹੀ ਹੈ। ਹੁਣ ਕਹਿਣ ਦਾ ਭਾਵ ਹੈ ਜੀ ਕਿ ਰੋਜ਼ਾਨਾ ਤਕਰੀਬਨ ਚੰਡੀਗੜ੍ਹ ਦੇ ਲਈ 9 ਤੋਂ 10 ਫਲਾਈਟਾਂ ਚੱਲਦੀਆਂ, ਸਾਰੀਆਂ ਫਲਾਈਟਾਂ ਲਗਭਗ ਫੁੱਲ ਬੁੱਕ ਰਹਿੰਦੀਆਂ। ਇਹਦੇ ਵਿੱਚ ਕੋਈ ਥਾਂ ਨਹੀਂ ਮਿਲਦੀਗੀ, ਕਿਉਂਕਿ ਜਦੋਂ ਹੁਣ ਤੁਸੀਂ ਬਾਈ ਰੋਡ ਜਾਂਦੇ ਆ
ਤੇ ਰਾਹ ਦੇ ਵਿੱਚ ਕਿਸਾਨ ਬੈਠੇ ਆ। ਕਿਸਾਨਾਂ ਦੇ ਕਰਕੇ ਤੁਹਾਨੂੰ ਬਹੁਤ ਵੱਡੀ ਇਸ ਵੇਲੇ ਧਰਨਿਆਂ ਦੇ ਕਰਕੇ ਦਿੱਕਤ ਆਉਂਦੀ ਆ। ਸਾਡੇ ਕਈ ਦੋਸਤ ਨੇ ਜਿਨ੍ਹਾਂ ਨੇ ਕਿ ਦਿੱਲੀ ਦੇ ਵੱਲ ਜਾ ਕੇ ਤੇ ਫਲਾਈਟ ਫੜਨੀ ਸੀ, ਪਰ ਉਹਨਾਂ ਨੂੰ ਡਾਇਵਰਟ ਰੂਟਾਂ ਤੋਂ ਬਹੁਤ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਹੁਣ ਜਦੋਂ ਉਹ ਚਾਹੁੰਦੇ ਜੀ ਕਿ ਅਸੀਂ ਜਹਾਜ਼ ਦੇ ਉੱਤੇ ਜਾਈਏ ਤਾਂ 에ਅਰਲਾਈਨ ਕੰਪਨੀਆਂ ਦੇ ਵੱਲੋਂ ਚੰਮਦੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਹ ਵੀ ਇੱਕ ਪੱਖ ਹੈ। ਸੋ ਜੇਕਰ ਤੁਸੀਂ ਹੁਣ ਭਾਰਤ ਦੇ ਵੱਲ ਆਉਣੇ ਹੋ ਜਾਂ ਕਿਸੇ ਵੀ ਥਾਂ ਦੇ ਉੱਤੇ ਜਾਣਾ ਤਾਂ ਘੱਟੋ ਘੱਟ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਪਊਗਾ ਕਿ ਭਾਈ ਤੁਹਾਨੂੰ ਟਿਕਟ ਕਿਹੜੀ ਮਿਲਦੀ ਹੈ, ਤੁਹਾਨੂੰ ਜਾਣ ਆਉਣ ਦੇ ਵਿੱਚ ਕੋਈ ਦਿੱਕਤ ਨਾ ਹੋਵੇ। ਇਸ ਕਰਕੇ ਤੁਹਾਨੂੰ ਇਹਦੇ ਵੱਲ ਗੌਰ ਕਰਨੀ ਪਊਗੀ। ਉਸ ਤੋਂ ਅਗਲੀ ਗੱਲ ਇਹ ਆ ਕਿ ਇਸ ਵੇਲੇ ਲਾਲ ਕਿਲ੍ਹੇ ਦੇ ਵੱਲ ਖਾਸ ਤੌਰ ਦੇ ਉੱਤੇ ਖਿਆਲ ਰੱਖਣਾ ਸ਼ੁਰੂ ਕੀਤਾ ਗਿਆ। ਪਿਛਲੀ ਵਾਰੀ ਆਪਾਂ ਜਾਣਦੇ ਕਿ 26 ਜਨਵਰੀ ਦੇ ਮੌਕੇ ਜਦੋਂ ਦੀਪ ਸਿੱਧੂ ਵਾਲਾ ਵਿਵਾਦ ਉੱਠਿਆ ਸੀ, ਹੋਰ ਉੱਠਿਆ ਸੀਗਾ ਵੀ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਤੇ ਉੱਥੇ ਝੰਡਾ ਲਹਿਰਾ ਦਿੱਤਾ ਗਿਆ ਸੀ, ਤੇ ਹੁਣ ਐਤਕੀ ਲਾਲ ਕਿਲ੍ਹੇ ਦੀ ਰਾਖੀ ਦੇ ਵਿੱਚ ਬੇਹੱਦ ਵਾਧਾ ਕਰ ਦਿੱਤਾ ਗਿਆ। ਹੋਰ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪਤਾ ਲੱਗਾ ਜੀ ਕਿ ਰਾਖੀ ਵਧਾ ਦਿੱਤੀ ਗਈ ਹੈ ਦਿੱਲੀ ਦੇ ਵਿੱਚ। ਤੇ ਇਹ ਵੀ ਪਤਾ ਲੱਗਾ ਕਿ ਇਤਿਹਾਸਕ ਲਾਲ ਕਿਲ੍ਹੇ ਦੀ ਸੁਰੱਖਿਆ ਦੇ ਮੱਦੇਨਜ਼ਰ ਇਹਨੂੰ ਬੰਦ ਹੀ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਕਿਹਾ ਕਿ ਇਹਨੂੰ ਕਦੋਂ ਖੋਲ੍ਹਿਆ ਜਾਊਗਾ ਇਹ ਫੈਸਲਾ ਇਹਦੇ ਬਾਰੇ ਏਜੰਸੀਆਂ ਦੇ ਵੱਲੋਂ ਲਿਆ ਜਾਊਗਾ, ਪਰ ਫਿਲਹਾਲ ਤਾਂ ਇਹਨੂੰ ਬੰਦ ਕਰ ਦਿੱਤਾ ਗਿਆ। ਇਹ ਜਾਣਕਾਰੀ ਪ੍ਰਾਪਤ ਹੋਈ ਹੈ। ਸੋ ਟਿਕਰੀ ਤੇ ਗਾਜ਼ੀਪੁਰ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਗਿਆ। ਸਿੰਘੂ ਦੇ ਵੱਲ ਸਾਰਾ ਕੁਝ ਬੈਰੀਕੇਡਿੰਗ ਲਾ ਕੇ ਬੇਹੱਦ ਸਖਤ ਕਰ ਦਿੱਤਾ ਗਿਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਤੇ ਅਰਧ ਸੈਨਿਕ ਬਲਾਂ ਨੂੰ ਉੱਥੇ ਤਾਇਨਾਤ ਕੀਤਾ ਗਿਆ। ਇਹ ਉੱਥੋਂ ਦੀਆਂ ਪ੍ਰਸਥਿਤੀਆਂ ਹੈਗੀਆਂ। ਕਿਸਾਨਾਂ ਦੇ ਪ੍ਰਦਰਸ਼ਨ ਕਰਕੇ ਦਿੱਲੀ ਦੇ ਕਈ ਮੈਟਰੋ ਸਟੇਸ਼ਨਾਂ ਦੇ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ। ਹਾਲਾਂਕਿ ਇਹਨਾਂ ਸਟੇਸ਼ਨਾਂ ਨੂੰ ਬੰਦ ਨਹੀਂ ਕੀਤਾ ਗਿਆ, ਮੈਟਰੋ ਗੇਟਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਯਾਤਰੀਆਂ ਨੂੰ ਹੋਰ ਗੇਟਾਂ ਦੇ ਰਾਹੀਂ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਹ ਅੱਜ ਦੀਆਂ ਉਹ ਜਾਣਕਾਰੀਆਂ ਨੇ ਜਿਹੜੀਆਂ ਕਿ ਇਸ ਵੇਲੇ ਤੁਹਾਨੂੰ ਵੱਖ-ਵੱਖ ਬਾਰਡਰਾਂ ਦੇ ਉੱਤੇ ਦੇਖਣ ਸੁਣਨ ਨੂੰ ਮਿਲਦੀਆਂ ਨੇ, ਪਰਖਣ ਨੂੰ ਮਿਲਦੀਆਂ ਨੇ, ਜਿਹਦੇ ਬਾਰੇ ਪਤਾ ਲੱਗਦਾ ਜੀ ਕਿ ਅੱਜ ਪੰਜਾਬ ਦੇ ਵਿੱਚ ਜਾਂ ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਸਥਿਤੀਆਂ ਬਣ ਕੇ ਗਈਆਂ। ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਰਾਜਨੀਤਿਕ ਲੋਕਾਂ ਦੇ ਵੱਲੋਂ ਵੀ ਇੱਕ ਦੂਜੇ ਦਾ ਪੈਰ ਵਿਦੜਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਇੱਕ ਧਿਰ ਦੂਜੇ ਨੂੰ, ਦੂਜੀ ਧਿਰ ਤੀਜੇ ਨੂੰ, ਤੀਜੀ ਧਿਰ ਚੌਥੇ ਨੂੰ ਮਾੜਾ ਚੰਗਾ ਕਹੀ ਜਾਂਦੀ ਹੈ। ਇਸ ਵੇਲੇ ਕਾਂਗਰਸ ਦੇ ਵੱਲੋਂ ਕਿਹਾ ਜਾ ਰਿਹਾ ਜੀ ਕਿ ਅਸੀਂ ਕਿਸਾਨਾਂ ਦੇ ਨਾਲ ਆ। ਇਹਨਾਂ ਦੇ ਵੱਲੋਂ ਧੋਖਾ ਤੇ ਧੱਕਾ ਕੀਤਾ ਗਿਆ, ਜਿਹੜੇ ਕਿ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਬੀਜੇਪੀ ਦੇ ਆਗੂ ਆ ਜਿਹੜੇ ਕਹਿੰਦੇ ਜੀ ਅਸੀਂ ਤੀਜੀ ਵਾਰ ਵੀ ਸਰਕਾਰ ਬਣਾ ਲੈਣੀ ਹੈ। ਇਹਨਾਂ ਨੇ ਕਿਸਾਨਾਂ ਦਾ ਨੁਕਸਾਨ ਕਰ ਰਹੇ ਆ ਤੇ ਅਸੀਂ ਕਿਸਾਨਾਂ ਦੇ ਨਾਲ ਆ। ਬੇਨਤੀ ਸਾਡੇ ਪੰਜਾਬ ਦੇ ਤੇ ਪੰਜਾਬੋਂ ਬਾਹਰਲੇ ਕਿਸਾਨਾਂ ਨੂੰ ਸਿਰਫ ਇਹ ਆ ਕਿ ਰਾਜਨੀਤਿਕ ਲੋਕਾਂ ਦੇ ਪਿੱਛੇ ਨਾ ਲੱਗਿਓ। ਲੋਕ ਸਭਾ ਦੀਆਂ ਚੋਣਾਂ ਸਿਰ ਦੇ ਉੱਤੇ ਆ ਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਮੇਰੀ ਇੱਕ ਨਿੱਜੀ ਤੌਰ ਤੇ ਬੇਨਤੀ ਆ, ਗੁੱਸਾ ਸਾਡਾ ਵਾਜਬ ਆ, ਸੰਘਰਸ਼ ਸਾਡਾ ਗਲਤ ਨਹੀਂ। ਅਸੀਂ ਸੰਘਰਸ਼ ਦੀ ਕਦਰ ਕਰਦੇ ਹਾਂ, ਪਰ ਹੋਛੀਆਂ ਪੋਸਟਾਂ ਤੇ ਮੂਰਖਬਤੀਆਂ ਗੱਲਾਂ ਤੋਂ ਬਚਣਾ ਪਊਗਾ। ਫੁਕਰਗਰਦੀ ਤੋਂ ਬਚਣਾ ਪਊਗਾ। ਅਸੀਂ ਆਹ ਕਰ ਦਿੰਦੇ ਹੁੰਦੇ, ਅਸੀਂ ਐਂ ਕਰ ਦਿੰਦੇ, ਠੋਕ ਕੇ ਰੱਖ ਦਿੰਦੇ ਆ। ਸ਼ਬਦਾਂ ਦੀ ਮਰਿਆਦਾ ਦਾ ਵੀ ਖਿਆਲ ਕਰਨਾ ਪਊਗਾ ਤੇ ਆਪਦੇ ਸੰਘਰਸ਼ ਨੂੰ ਜ਼ਾਬਤੇ ਦੇ ਵਿੱਚ ਵੀ ਰੱਖਣਾ ਪਊਗਾ। ਕਈ ਵਾਰੀ ਅਸੀਂ ਜੋਸ਼ ਦੇ ਵਿੱਚ ਹੋਸ਼ ਗਵਾ ਬੈਠਦੇ ਹਾਂ, ਜਿਹਦੇ ਕਰਕੇ ਪਿਛਲੇ ਅੰਦੋਲਨ ਦੇ ਮੌਕੇ ਕਈ ਮੀਡੀਆ ਕਰਮੀਆਂ ਨੂੰ ਵੀ ਭੁਗਤਣਾ ਪਿਆ, ਕਿਸਾਨ ਆਗੂਆਂ ਨੂੰ ਵੀ ਭੁਗਤਣਾ ਪਿਆ, ਕਈ ਗਵਈਆਂ ਨੂੰ ਵੀ ਭੁਗਤਣਾ ਪਿਆ, ਕਈ ਹੋਰ ਕਾਰੋਬਾਰੀਆਂ ਨੂੰ ਵੀ ਭੁਗਤਣਾ ਪਿਆ। ਐਤਕੀ ਵੀ ਬਹੁਤ ਸਾਰੇ ਲੋਕ ਵੱਖ-ਵੱਖ ਏਜੰਸੀਆਂ ਦੀ ਨਜ਼ਰ ਦੇ ਵਿੱਚ ਰਹਿਣਗੇ ਕਿ ਭਾਈ ਇਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ। ਹੁਣ ਉਸ ਤੋਂ ਅਗਲੀ ਗੱਲ ਇਹ ਆ ਕਿ ਆਪਾਂ ਸਾਰੇ ਪਿਛਲੇ ਕਈ ਦਿਨਾਂ ਤੋਂ ਕਹਿ ਰਹੇ ਹਾਂ ਕਿ ਭਾਈ ਪੰਜਾਬ ਦੇ ਰਾਜਪਾਲ ਨੇ ਜਿਹੜੇ ਬਨਵਾਰੀ ਲਾਲ ਪ੍ਰੋਹਿਤ ਉਹ ਅਸਤੀਫਾ ਦੇ ਗਏ ਆ ਤੇ ਹੁਣ ਪੰਜਾਬ ਦੇ ਵਿੱਚ ਰਾਜਪਾਲ ਕੋਈ ਵੀ ਨਹੀਂ, ਜਦ ਕਿ ਇਹ ਗੱਲ ਸੱਚੀ ਨਹੀਂ ਆ। ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਦਾ ਹਾਲੇ ਤੱਕ ਅਸਤੀਫਾ ਮਨਜ਼ੂਰ ਨਹੀਂ ਹੋਇਆ। ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਇਸ ਵੇਲੇ ਪੰਜਾਬ ਦੇ ਰਾਜਪਾਲ ਹਨ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ, ਨਿੱਜੀ ਕਾਰਨਾਂ ਦਾ ਹਵਾਲਾ ਦੇ ਕੇ ਅਸਤੀਫਾ ਦਿੱਤਾ, ਪਰ ਉਹਨਾਂ ਦਾ ਅਸਤੀਫਾ ਭਾਈ ਹਾਲੇ ਤੱਕ ਮਨਜ਼ੂਰ ਨਹੀਂ ਹੋਇਆ। ਉਹ ਮਨਜ਼ੂਰ ਹੋ ਜੇ ਜਾਂ ਨਾ ਹੋ ਜੇ ਇਹ ਸਮਾਂ ਦੱਸੂਗਾ, ਪਰ ਅਸਤੀਫਾ ਮਨਜ਼ੂਰ ਨਹੀਂ ਹੋਇਆ। ਤੇ ਬਨਵਾਰੀ ਲਾਲ ਪ੍ਰੋਹਿਤ ਦੇ ਵੱਲੋਂ ਪਤਾ ਲੱਗਾ ਕਿ ਆਪਣੇ ਪ੍ਰੋਗਰਾਮ ਪੰਜਾਬ ਦੇ ਹੋਰ ਉਲੀਕ ਲੈ ਗਏ ਆ। ਅਸਤੀਫਾ ਨਾ ਮਨਜ਼ੂਰ ਹੋਣ ਤੋਂ ਬਾਅਦ ਜਾ ਕੇ ਹਾਲੇ ਤੱਕ ਜਦੋਂ ਮਨਜ਼ੂਰ ਨਹੀਂ ਹੋਇਆ ਤਾਂ ਉਹਨਾਂ ਨੇ ਯੂਟੀ ਤੇ ਚੰਡੀਗੜ੍ਹ ਦੇ ਵਿੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਖਾਮੀਆਂ ਜਿਹੜੀਆਂ ਪਾਈਆਂ ਗਈਆਂ ਉਹਦੇ ਉੱਤੇ ਵੀ ਉਹਨਾਂ ਨੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਹੈ। ਉਹਨਾਂ ਨੇ 20 ਤਰੀਕ ਤੋਂ ਲੈ ਕੇ ਯਾਨੀ ਕਿ 20 ਫਰਵਰੀ ਤੋਂ ਲੈ ਕੇ ਤੇ 23 ਫਰਵਰੀ ਤੱਕ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਇੱਕ ਵਾਰੀ ਫੇਰ ਦੌਰਾ ਕਰਨ ਦਾ ਪ੍ਰੋਗਰਾਮ ਮਿਥ ਲਿਆ ਤੇ ਉਹਨਾਂ ਦੇ ਵੱਲੋਂ ਇਹ ਦੌਰਾ ਇੱਕ ਵਾਰੀ ਫੇਰ ਕੀਤਾ ਜਾ ਰਿਹਾ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਬਨਵਾਰੀ ਲਾਲ ਪ੍ਰੋਹਿਤ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਰਹੱਦੀ ਖੇਤਰ ਦੇ ਵਿੱਚ ਦੌਰਾ ਕਰਨ ਪਹੁੰਚਣਗੇ ਤੇ ਇਸ ਯਾਤਰਾ ਪ੍ਰੋਗਰਾਮ ਦੇ ਵਿੱਚ ਪਿਛਲੇ ਦੌਰੇ ਤੋਂ ਬਾਅਦ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਦੇ ਨਾਲ ਹਾਲੀਆ ਦਿਨਾਂ ਦੇ ਵਿੱਚ ਸਾਹਮਣੇ ਆਏ ਕਈ ਮੁੱਦਿਆਂ ਦੇ ਉੱਤੇ ਵੀ ਉਹਨਾਂ ਦੇ ਵੱਲੋਂ ਸ਼ਾਇਦ ਚਰਚਾ ਕੀਤੀ ਜਾਵੇ ਜਾਂ ਸ਼ਾਇਦ ਜੋ ਕੁਝ ਵੀ ਉਹਨਾਂ ਦੀ ਯੋਜਨਾ ਦੇ ਵਿੱਚ ਹੋਊਗਾ ਤੇ ਉਹਦੇ ਬਾਰੇ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ। ਸੋ ਇਹ ਹੈ ਜੀ ਕਿ ਹਾਲੇ ਉਹ ਰਾਜਪਾਲ ਹਨ, ਉਹਨਾਂ ਦੇ ਵੱਲੋਂ ਹਾਲੇ ਤੱਕ ਰਾਜਪਾਲ ਦੇ ਉਹਨਾਂ ਦੇ ਅਸਤੀਫੇ ਨੂੰ ਮਨਜ਼ੂਰ ਨਹੀਂ ਕੀਤਾ ਗਿਆ, ਜਿਹਦੇ ਕਰਕੇ ਇਹ ਸਾਰਾ ਕੁਝ ਹੁਣ ਵੇਰਵੇ ਦੇ ਰੂਪ ਦੇ ਵਿੱਚ ਸਾਹਮਣੇ ਆ ਰਿਹਾ। ਸੋ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕਿਹੜਾ ਮੋੜ ਆਉਂਦਾ ਹੈ।
ਉਸ ਤੋਂ ਅਗਲੀ ਗੱਲ ਇਹ ਜੀ ਕਿ ਸਾਡੇ ਪੰਜਾਬੀ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਾਂਦੇ ਆ, ਉਹਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਤੇ ਮੱਲਾਂ ਮਾਰੀਆਂ ਜਾਂਦੀਆਂ। ਪਰ ਕੈਨੇਡਾ ਵਰਗਾ ਦੇਸ਼, ਜਿੱਥੇ ਕਿ ਪੰਜਾਬੀਆਂ ਦੇ ਵੱਲੋਂ ਬਹੁਤ ਕੁਝ ਕੀਤਾ ਗਿਆ, ਜਿੱਥੇ ਕਿ ਪੰਜਾਬੀਆਂ ਦੇ ਵੱਲੋਂ ਬਹੁਤ ਮਿਹਨਤ ਕੀਤੀ ਗਈ ਆ, ਤੇ ਹੁਣ ਜੋ ਕੁਝ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਕਈ ਥਾਵਾਂ ਦੇ ਉੱਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਉਹ ਸ਼ਰਮਿੰਦਗੀ ਵਾਲਾ ਵੀ ਆ। ਜਾਣਕਾਰੀ ਇਹ ਪ੍ਰਾਪਤ ਹੋਈ ਹੈ ਕਿ ਕੈਨੇਡਾ ਦੇ ਵਿੱਚ ਫਰੌਤੀਆਂ ਮੰਗਣ ਵਾਲੇ ਤੇ ਲੁੱਟ ਖੋਹ ਕਰਨ ਵਾਲੇ ਕੁਝ ਲੋਕ ਪਿਛਲੇ ਦਿਨੀ ਗ੍ਰਿਫਤਾਰ ਕੀਤੇ ਗਏ ਸੀ। ਉਹਨਾਂ ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਵਿੱਚ ਕੁਝ ਔਰਤਾਂ ਵੀ ਹੈਗੀਆਂ। ਜਿਹੜੀਆਂ ਔਰਤਾਂ ਨੇ, ਉਹਨਾਂ ਔਰਤਾਂ ਦੇ ਵੱਲੋਂ ਇੱਕ ਨਵੀਂ ਅਵੱਲੀ ਹਰਕਤ ਕੀਤੀ ਗਈ ਹੈ। ਇਸ ਹਰਕਤ ਦੇ ਉੱਤੇ ਹੈਰਾਨੀ ਜ਼ਰੂਰ ਹੋਈ ਹੈ। ਕੈਨੇਡਾ ਦੇ ਵਿੱਚ 5 ਪੰਜਾਬੀਆਂ ਨੂੰ ਜਬਰੀ ਵਸੂਲੀ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ। ਇਹਦੇ ਵਿੱਚ ਪਤਾ ਲੱਗਾ ਜੀ ਅਰੁਣਦੀਪ ਥਿੰਦ, ਗਗਨ ਅਜੀਤ ਸਿੰਘ, ਅਨਮੋਲਦੀਪ ਸਿੰਘ, ਹਸ਼ਮੀਤ ਕੌਰ ਤੇ ਲਾਈਮਨਜੋਤ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹਨਾਂ ਦੀ ਰਿਹਾਈ ਹੋ ਗਈ ਹੈ। ਰਿਹਾਈ ਤੋਂ ਬਾਅਦ ਮੁਲਜ਼ਮ ਆ ਜਿਹੜੇ ਉਹ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਬਣਾ ਰਹੇ ਆ, ਜਿਹਦੀ ਹੁਣ ਸਖਤ ਨਿੰਦਿਆ ਵੀ ਹੋ ਰਹੀ ਹੈ। ਤੇ ਉੱਥੋਂ ਦੀ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਜਿਹੜੇ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪ੍ਰਧਾਨ ਮੰਤਰੀ ਅਹੁਦੇ ਦੇ ਮੁੱਖ ਜਿਹੜੇ ਦਾਅਵੇਦਾਰ ਆ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਸ ਵੇਲੇ ਟਰੂਡੋ ਸਰਕਾਰ ਦੇ ਵੱਲੋਂ ਗਲਤ ਕੁਝ ਕੀਤਾ ਜਾ ਰਿਹਾ। ਉਹਨਾਂ ਨੇ ਆਪਣੀ ਵੈਬਸਾਈਟ ਦੇ ਉੱਤੇ ਕਈ ਕੁਝ ਕਿਹਾ ਹੈਗਾ। ਸਿਰਫ ਇਹ ਗੱਲ ਦੱਸਣ ਦੇ ਲਈ ਕਾਫੀ ਆ ਕਿ ਸਾਡੇ ਪੰਜਾਬੀ ਜੇਕਰ ਇਸ ਵੇਲੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਤੇ ਆਪਣੀ ਮਿਹਨਤ ਦੇ ਨਾਲ, ਆਪਣੀ ਸੰਘਰਸ਼ ਦੇ ਨਾਲ, ਆਪਣੇ ਦ੍ਰਿੜ ਇਰਾਦੇ ਦੇ ਨਾਲ ਮੱਲਾਂ ਮਾਰਦੇ ਆ, ਤਾਂ ਫਿਰ ਉੱਥੇ ਇਹੋ ਜਿਹੀਆਂ ਵੀ ਕਈ ਵਾਰ ਹਰਕਤਾਂ ਕਰਦੇ ਆ। ਕਦੇ ਗੱਡੀਆਂ ਚੋਰੀ ਦਾ ਮਾਮਲਾ, ਕਦੇ ਬੇਸਮੈਂਟਾਂ ਵਿੱਚ ਲੜਾਈ ਦਾ ਮਾਮਲਾ, ਕਦੇ ਉੱਥੇ ਕੁੜੀਆਂ ਦੇ ਨਾਲ ਬਦਸਲੂਕੀ ਦਾ ਮਾਮਲਾ, ਕਦੇ ਉੱਥੇ ਦਾਰੂ ਪੀ ਕੇ ਬੱਕਰੇ ਬੁਲਾਉਣ ਦੇ ਨਾਲ ਸੰਬੰਧਿਤ ਗੱਲਾਂ, ਕਦੇ ਕੋਈ ਗੱਲ, ਕਦੇ ਕੋਈ ਗੱਲ। ਇਹ ਖਬਰਾਂ ਜਿਹੜੀਆਂ ਉਹ ਚੀਰਨ ਵਾਲੀਆਂ ਕਿ ਭਾਈ ਆਹ ਕੁਝ ਕਿਉਂ ਹੋ ਰਿਹਾ, ਸਾਡੇ ਪੰਜਾਬੀ ਆਹ ਹੋਸ਼ੀਆਂ ਹਰਕਤਾਂ ਤੋਂ ਬਾਜ਼ ਕਿਉਂ ਨਹੀਂ ਆਉਂਦੇ। ਹਾਲਾਂਕਿ ਸਾਰੇ ਪੰਜਾਬੀ ਗਲਤ ਨਹੀਂ, ਪਰ ਜਦੋਂ ਖਬਰਾਂ ਆਉਂਦੀਆਂ ਤਾਂ ਉਦੋਂ ਮਨ ਦੇ ਵਿੱਚ ਚੀਸ ਜੀ ਉੱਠਦੀ ਹੈ ਕਿ ਯਾਰ ਆਹ ਕੁਝ ਹੋਣਾ ਨਹੀਂ ਸੀ ਚਾਹੀਦਾ, ਜੋ ਕੁਝ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਦੇ ਵੱਲੋਂ ਕੀਤਾ ਜਾ ਰਿਹਾ। ਸੋ ਸਾਰੇ ਹੀ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ। ਜਿਹੜੇ ਇੱਥੇ ਪੰਜਾਬ ਦੇ ਵਿੱਚੋਂ ਜਾਂਦੇ ਭੈਣਾਂ ਵੀਰ, ਬਹੁ ਗਿਣਤੀ ਹੈ ਜਿਹੜੇ 90% ਤੋਂ ਵੱਧ ਬਹੁਤ ਮਿਹਨਤਕਸ਼ ਆ, 2-2 ਸ਼ਿਫਟਾਂ ਲਾਉਂਦੇ ਆ, ਕੰਮ ਲੱਭਣ ਦੇ ਲਈ ਤਰਲੋ ਮੱਛੀ ਹੁੰਦੇ ਆ, ਨਿੱਠ ਕੇ ਕੰਮ ਕਰਦੇ ਆ, ਪਰਿਵਾਰ ਨੂੰ ਗੁਰਬਤ ਦੇ ਵਿੱਚੋਂ ਕੱਢਦੇ ਆ। ਪਰ ਕੁਝ ਕੁ ਲੋਕਾਂ ਦੀਆਂ ਮੂਰਖਮਤੀਆਂ ਦੇ ਕਰਕੇ ਤੇ ਬਹੁਤ ਵੱਡੇ ਪੱਧਰ ਤੇ ਸਵਾਲ ਉੱਠੇ। ਇਸੇ ਕਰਕੇ ਲੋਕ ਇਹ ਗੱਲ ਕਹਿੰਦੇ ਕਿ ਯਾਰ ਇਹਨਾਂ ਨੂੰ ਇੱਥੇ ਵਾੜਿਆ ਕਿਉਂ ਗਿਆ। ਇਹਨਾਂ ਨੇ ਕੁਝ ਕੁ ਲੋਕਾਂ ਨੇ ਇਹ ਸਾਰੀਆਂ ਗੱਲਾਂ ਕਹਿਣ ਦੇ ਲਈ ਮਜਬੂਰ ਕਰਤਾ। ਉਸ ਤੋਂ ਅਗਲੀ ਗੱਲ ਇਹ ਆ ਕਿ ਮਾਨਸਾ ਜ਼ਿਲ੍ਹੇ ਦਾ ਪਿੰਡ ਆ ਸਹਾਰਾ, ਇੱਥੇ ਨਸ਼ਾ ਸਮਗਲਰਾਂ ਦੇ ਨਾਲ ਹੱਥੋਂ-ਪਾਈ ਕਰਨਾ ਇੱਕ ਬੰਦੇ ਨੂੰ ਇੰਨਾ ਮਹਿੰਗਾ ਪੈ ਗਿਆ ਵੀ ਉਹਨੂੰ ਜਾਨ ਤੋਂ ਹੱਥ ਧੋਣੇ ਪੈ ਗਏ। ਪਿੰਡ ਦੇ ਵਿੱਚ ਨਸ਼ਾ ਖਤਮ ਕਰਨ ਵਾਸਤੇ ਕਮੇਟੀ ਬਣਾਈ ਗਈ ਤੇ ਇਹਦਾ ਪਿੰਡ ਦਾ ਹੀ ਰਹਿਣ ਵਾਲਾ 44 ਸਾਲ ਦਾ ਜਗਮਾਲ ਸਿੰਘ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਸੀ। ਰੰਜਿਸ਼ ਦੇ ਕਰਕੇ 13 ਜਨਵਰੀ ਨੂੰ ਜਗਮਾਲ ਸਿੰਘ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤਾਂ ਉਹਦੀਆਂ ਲੱਤਾਂ ਜਿਹੜੀਆਂ ਟੁੱਟ ਗਈਆਂ। ਤੇ ਹੁਣ ਦੇਖੋ ਇਹੋ ਜਿਹੀ ਜਾਣਕਾਰੀ ਮਿਲੀ ਹੈ ਕਿ ਉਸ ਵਿਚਾਰੇ ਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਣੇ ਪੈ ਗਏ ਆ। ਯਾਨੀ ਕਿ ਜੇਕਰ ਤੁਸੀਂ ਇਸ ਵੇਲੇ ਗਲਤ ਨੂੰ ਗਲਤ ਕਹੋਗੇ ਤਾਂ ਫਿਰ ਉਸ ਤੋਂ ਬਾਅਦ ਇਹ ਖਬਰਾਂ ਆਉਂਦੀਆਂ ਨੇ ਕਿ ਭਾਈ ਆਹ ਦੇਖੋ ਆਹ ਬੰਦੇ ਦੀ ਮੌਤ ਹੋ ਗਈ, ਇਹਦਾ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇਸ ਵੇਲੇ ਇੰਨੇ ਬੁਲੰਦ ਆ ਕਿ ਉਹ ਬੰਦੇ ਨੂੰ ਬੰਦਾ ਨਹੀਂ ਜਾਣਦੇ, ਉਹ ਸਭ ਨੂੰ ਟਿੱਚ ਜਾਣਦੇ ਆ। ਤੇ ਇਹ ਸਾਡੇ ਪੰਜਾਬ ਦੀ ਅਸਲ ਪਰਿਸਥਿਤੀ, ਇਹ ਸਾਡੇ ਪੰਜਾਬ ਦੀ ਅਸਲ ਕਹਾਣੀ ਨੂੰ ਬਿਆਨ ਕਰਨ ਵਾਲੀਆਂ ਖਬਰਾਂ ਹੈਗੀਆਂ। ਸੋ ਉਸ ਤੋਂ ਅਗਲੀ ਗੱਲ ਇਹ ਆ ਵੀ ਪੰਜਾਬ ਦੇ ਵਿੱਚ ਰਾਜਨੀਤਿਕ ਪਰਿਸਥਿਤੀਆਂ ਕੀ ਆ। ਪੰਜਾਬ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਗੱਲ ਇਹ ਆ ਵੀ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਦੇ ਵਾਸਤੇ ਤਿਆਰੀਆਂ ਤੇ ਉਸੇ ਤਰੀਕੇ ਦੀਆਂ ਤਿਆਰੀਆਂ ਪੰਜਾਬ ਦੇ ਵਿੱਚ ਵੀ ਆ। ਪਰ ਹਰ ਕੋਈ ਦੂਜੇ ਦੀਆਂ ਲੱਤਾਂ ਫੜ ਕੇ ਘੜੀਸੀ ਜਾਂਦਾ, ਕਦੇ ਕੁਛ ਕਹਿ ਦਿੰਦਾ, ਕੋਈ ਕਦੇ ਕੁਛ ਕਹਿ ਦਿੰਦਾ। ਇਸ ਵੇਲੇ ਸੁਖਬੀਰ ਸਿੰਘ ਬਾਦਲ ਇਹ ਗੱਲ ਕਹਿ ਰਹੇ ਆ ਕਿ ਪੰਜਾਬ ਬਚਾਓ ਯਾਤਰਾ ਨੂੰ ਬਹੁਤ ਜ਼ਬਰਦਸਤ ਹੁੰਗਾਰਾ ਮਿਲਦਾ। ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਤੇ ਦੇਸ਼ ਦੇ ਵਿੱਚ ਤੀਜੀ ਵਾਰ ਸਰਕਾਰ ਬਣਾ ਲੈਣੀ ਆ। ਕਾਂਗਰਸ ਇਹ ਗੱਲ ਕਹਿੰਦੀ ਵੀ ਅਸੀਂ ਇਕੱਲੇ ਹੀ ਕਮਾਲ ਕਰ ਦਿਆਂਗੇ। ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਸਾਡੇ ਬਿਨਾਂ ਤੁਸੀਂ ਕੁਝ ਨਹੀਂ ਗਏ। ਇਹੋ ਜਿਹੀਆਂ ਸਾਰੀਆਂ ਗੱਲਾਂ ਬਾਤਾਂ ਹੈਗੀਆਂ। ਪਰ ਪੰਜਾਬ ਦੇ ਵਿੱਚ ਭਾਈ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਕੱਲਿਆਂ ਚੋਣ ਲੜਨੀ, ਇਹ ਵੀ ਗੱਲ ਸਾਫ਼ ਹੋ ਗਈ ਆ। ਤੇ ਬੀਜੇਪੀ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਕਿਹੜੀਆਂ ਪ੍ਰਸਥਿਤੀਆਂ ਵਿੱਚ ਹੋਊਗਾ, ਇਹਦੇ ਵੱਲ ਗੌਰ ਰਹਿਣੀ ਆ। ਸੋ ਵੇਨੇ ਭਾਈ ਇਸ ਮਾਮਲੇ ਦੇ ਉੱਤੇ ਹੋਰ ਕਿਹੜੇ ਮੋੜ ਆਉਂਦੇ ਆ। ਪਰ ਜਾਣਕਾਰੀ ਇੱਕ ਹੋਰ ਪ੍ਰਾਪਤ ਹੋਈ ਆ ਕਿ ਜਦੋਂ ਪਿਛਲੀ ਵਾਰੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਟੁੱਟਿਆ ਸੀ, ਉਸ ਵੇਲੇ ਕੀ ਹੋਇਆ ਸੀ ਕਿ ਮਸਲਾ ਬਣ ਗਿਆ ਸੀ ਕਿਸਾਨ ਅੰਦੋਲਨ ਦਾ। ਅਕਾਲੀ ਦਲ ਨੇ ਬੀਜੇਪੀ ਤੋਂ ਵੱਖ ਹੋਣ ਦੇ ਵਿੱਚ ਫਾਇਦਾ ਸਮਝਿਆ। ਪਰ ਅੱਜ ਅਕਾਲੀ ਦਲ ਦਾ ਤੇ ਬੀਜੇਪੀ ਦਾ ਜੇ ਗੱਠਜੋੜ ਹੋ ਜਾਂਦਾ ਤੇ ਕਿਸਾਨ ਅੰਦੋਲਨ ਉਵੇਂ ਦਾ ਉਵੇਂ ਆ। ਲੋਕਾਂ ਦੇ ਮਨਾਂ ਵਿੱਚ ਸਵਾਲ ਜਾਣਾ ਕੁਦਰਤੀ ਆ ਵੀ ਜਿਹੜੇ ਕਾਰਨਾਂ ਕਰਕੇ ਤੁਸੀਂ ਗੱਠਜੋੜ ਤੋੜਿਆ ਸੀ ਤੇ ਕਾਰਨ ਅੱਜ ਵੀ ਉਵੇਂ ਦਾ ਉਵੇਂ ਹੀ ਆ, ਤੇ ਤੁਸੀਂ ਹੁਣ ਗੱਠਜੋੜ ਕਰਨ ਨੂੰ ਫਿਰ ਤਿਆਰ ਬੈਠੇ। ਜਾਂ ਤੁਹਾਡਾ ਗੱਠਜੋੜ ਹੋ ਗਿਆ ਤੇ ਫਿਰ ਕੀ ਲੋਕ ਕਬੂਲ ਕਰਨਗੇ? ਕੀ ਪੰਜਾਬ ਦੇ ਲੋਕ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਉਣਗੇ? ਕੀ ਪੰਜਾਬ ਦੇ ਲੋਕਾਂ ਦੇ ਵੱਲੋਂ ਇਸ ਗੱਲ ਦੇ ਉੱਤੇ
ਹਾਂ ਦਾ ਹੁੰਗਾਰਾ ਭਰਿਆ ਜਾਊਗਾ ਵੀ ਆਹ ਦੇਖੋ ਜੀ, ਕਦੇ ਮਰ ਚੜੀਏ ਕਦੇ ਜਿਉਂ ਚੜੀਏ। ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਨਹੀਂ ਆਊ ਕਿ ਆ ਤੁਸੀਂ ਕੀ ਕਰ ਰਹੇ ਹੋ। ਤੇ ਜਾਂਦੇ ਜਾਂਦੇ ਇੱਕ ਜਾਣਕਾਰੀ ਦੇ ਦਈਏ ਪੰਜਾਬੀ ਫਿਲਮਾਂ ਦੀ। ਪੰਜਾਬੀ ਫਿਲਮਾਂ ਬਣ ਰਹੀਆਂ। 16 ਫਰਵਰੀ ਨੂੰ ਇੱਕ ਫਿਲਮ ਆਉਣੀ ਹੈ ਜੀ ਵੇ ਸੋਹਣਿਆ ਜੀ। ਇਸ ਤੋਂ ਪਹਿਲਾਂ ਵੀ ਕਈ ਪੰਜਾਬੀ ਫਿਲਮਾਂ ਆਈਆਂ। ਚੰਗੀਆਂ ਨੂੰ ਲੋਕ ਪਿਆਰ ਕਰਦੇ ਆ, ਨਹੀਂ ਚੰਗੀਆਂ ਜਿਹੜੀਆਂ ਚੰਗੇ ਤੋਂ ਉਲਟ ਆ ਉਹਨਾਂ ਨੂੰ ਲੋਕ ਨਕਾਰ ਵੀ ਦਿੰਦੇ ਆ। ਪਰ ਐਤਕੀ ਵੀ ਜੇਕਰ ਫਿਲਮਾਂ ਨੂੰ ਚੰਗਾ ਹੁੰਗਾਰਾ ਮਿਲਿਆ, ਇਹਦਾ ਮਤਲਬ ਇਹ ਆ ਕਿ ਫਿਲਮ ਦੇ ਉੱਤੇ ਚੰਗੀ ਮਿਹਨਤ ਹੋਈ ਆ। ਤੇ ਜੇਕਰ ਚੰਗੀ ਤੋਂ ਉਲਟ ਹੋਈ ਤੇ ਫਿਰ ਉਹਨੂੰ ਹੁੰਗਾਰਾ ਮਿਲਣ ਦੀ ਆਸ ਕੋਈ ਨਹੀਂ ਹੋਣੀ। ਤੇ ਇਸ ਵੇਲੇ ਪੰਜਾਬ ਦੇ ਸਿਨੇਮਾ ਘਰਾਂ ਦੇ ਵਿੱਚ ਜਾਂ ਵੱਖ-ਵੱਖ ਦੇਸ਼ਾਂ ਦੇ ਸਿਨੇਮਾ ਘਰਾਂ ਦੇ ਵਿੱਚ ਖਿਡਾਰੀ ਤੇ ਵਾਰਨਿੰਗ 2 ਫਿਲਮਾਂ ਜਿਹੜੀਆਂ ਉਹ ਆਮੋ ਸਾਹਮਣੇ ਚੱਲ ਰਹੀਆਂ। ਕਿਸੇ ਫਿਲਮ ਨੂੰ ਕਿਤੇ ਹੁੰਗਾਰਾ ਚੰਗਾ ਮਿਲਦਾ, ਕਿਸੇ ਨੂੰ ਕਿਤੇ ਹੁੰਗਾਰਾ ਮਿਲਦਾ ਚੰਗਾ। ਤੇ ਪੰਜਾਬ ਦਾ ਮੌਸਮ ਆ ਜਿਹੜਾ ਉਹ ਇਸ ਵੇਲੇ ਲਗਾਤਾਰ ਠੰਡ ਘਟ ਰਹੀ ਆ ਤੇ ਹੌਲੀ ਹੌਲੀ ਚੰਗੇ ਪਾਸੇ ਨੂੰ ਵਧ ਰਿਹਾ। ਪੰਜਾਬ ਦੇ ਵਿੱਚ ਖਿੜੀ ਹੋਈ ਧੁੱਪ ਆ। ਪੰਜਾਬ ਦੇ ਵਿੱਚ ਹੌਲੀ ਹੌਲੀ ਧੁੱਪ ਦੇ ਵਿੱਚ ਵਾਧਾ ਹੋ ਰਿਹਾ। ਮੌਸਮ ਵਿਭਾਗ ਨੇ ਗੱਲ ਕਹੀ ਆ, ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੌਸਮ ਸੋਹਣਾ ਰਹਿਣਾ। ਦਿਨ ਦੇ ਵੇਲੇ ਧੁੱਪ ਤੇ ਰਾਤ ਦੇ ਵੇਲੇ ਥੋੜ੍ਹੀ ਠੰਡ ਰਹਿਣੀ ਆ। ਤੇ 20 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਮੌਸਮ ਆ ਜਿਹੜਾ ਉਹਨੇ ਇੱਕਦਮ ਕਰਵਟ ਬਦਲਣੀ ਸ਼ੁਰੂ ਕਰ ਦੇਣੀ ਆ। 20 ਫਰਵਰੀ ਤੋਂ ਬਾਅਦ ਪੰਜਾਬ ਦੇ ਵਿੱਚ ਇੱਕਦਮ ਕਹਿੰਦੇ ਵੀ ਧੁੱਪ ਆ ਜਿਹੜੀ ਉਹਦੇ ਵਿੱਚ ਨਿਖਾਰ ਹੋਰ ਆਊਗਾ, ਤਪਸ਼ ਦੇ ਵਿੱਚ ਵਾਧਾ ਹੋਣਾ ਸ਼ੁਰੂ ਹੋ ਜਾਣਾ। ਤੇ ਕਣਕਾਂ ਜਿਹੜੀਆਂ ਪੰਜਾਬ ਦੇ ਖੇਤਾਂ ਵਿੱਚ ਸੋਹਣੀਆਂ ਲਹਿਰਾਉਂਦੀਆਂ। ਤੇ 3-3 ਗਿੱਠਾਂ ਦੀ ਜਿਹੜੀ ਕਣਕ ਕਈ ਥਾਵਾਂ ਤੇ ਦੇਖਣ ਨੂੰ ਮਿਲ ਰਹੀ ਹੈ। ਸੋ ਐਤਕੀ ਝਾੜ ਚੰਗਾ ਨਿਕਲੇ, ਕਿਸਾਨੀ ਖੁਸ਼ਹਾਲ ਰਵੇ, ਜ਼ਿੰਦਾਬਾਦ ਰਵੇ, ਇਸ ਗੱਲ ਦੀ ਅਸੀਂ ਹਮੇਸ਼ਾ ਕਾਮਨਾ ਕੀਤੀ ਵੀ ਤੇ ਕਰਦੇ ਰਵਾਂਗੇ। ਤੇ ਇੱਕ ਮੈਂ ਛੋਟੀ ਜਿਹੀ ਗੁਸਤਾਖੀ ਲਈ ਮਾਫੀ ਚਾਹੁੰਦਾ, ਕਿਉਂਕਿ ਇਸ ਵੇਲੇ ਕੋਸ਼ਿਸ਼ ਤਾਂ ਕਰੀ ਦੀ ਹੈ ਜੀ ਕਿ ਕਿਤੇ ਵੀ ਕੋਈ ਡਿਸਟਰਬੈਂਸ ਨਾ ਆਵੇ। ਪਰ ਫਿਰ ਵੀ ਜਦੋਂ ਰਿਕਾਰਡਿੰਗ ਕਰਦੇ ਹਾਂ, ਕਿਉਂਕਿ ਇਸ ਵੇਲੇ ਮੈਂ ਥੋੜ੍ਹਾ ਜਿਹਾ ਬਾਹਰਲੇ ਖੇਤਰ ਦੇ ਵਿੱਚ ਆਇਆ ਹੋਣ ਕਰਕੇ ਤੇ ਇੱਥੇ ਕੋਈ ਡਿਸਟਰਬੈਂਸ ਆ ਜਾਂਦੀ ਜੇਕਰ, ਤਾਂ ਗੁਸਤਾਖੀ ਲਈ ਮਾਫੀ ਕੁਝ ਕੁ ਦਿਨਾਂ ਦੇ ਵਾਸਤੇ। ਸੋ ਜਾਣਕਾਰੀਆਂ ਆਪਾਂ ਇਵੇਂ ਹੀ ਸਾਂਝੀਆਂ ਕਰਦੇ ਰਹਿਣਾ। ਸ਼ੁਕਰੀਆ।